वडभागिया हर अमृत बाणी राम। मैं निमी सिंह प्रोग्राम पलो पलो रे कीर्तनिया दे विच आप सब जी दा निੱਘਾ स्वागत करदी हाँ। आओ मिल के फतेह प्रवान करने आ जी। वाहिगुरू जी का खालसा वाहिगुरू जी की फतेह। पलो पलो रे कीर्तनिया प्रोग्राम ਦੇ ਵਿੱਚ ਅਸੀਂ ਹੁਣ ਉਸ ਦੌਰ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਅਸੀਂ ਸੈਮੀ ਫਾਈਨਲਿਸਟ ਦੇ ਵਿੱਚੋਂ ਤਲਾਸ਼ਦੇ ਪਏ ਹਾਂ ਸਾਡੇ ਫਾਈਨਲਿਸਟ ਨੂੰ। ਜੀ ਹਾਂ, ਮੁਕਾਬਲਾ ਇੱਕ ਵਾਰ ਫਿਰ ਹੋਏਗਾ। ਮੁਕਾਬਲਾ ਸਖਤ ਹੈ ਤੇ ਇਸ ਮੁਕਾਬਲੇ ਦੇ ਵਿੱਚ ਇਹਨਾਂ ਕੰਟੈਸਟੈਂਟਸ ਦੀ ਪਰਖ ਕਰਨ ਦੇ ਲਈ ਸਾਡੇ ਮਾਨਯੋਗ ਜੱਜਸ ਸਾਡੇ ਨਾਲ ਨੇ। ਆਓ ਇੱਕ ਵਾਰ ਫਿਰ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਦਿੰਦੇ ਹਾਂ। ਸਭ ਤੋਂ ਪਹਿਲਾਂ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਦਰਬਾਰ ਸਾਹਿਬ ਵੱਲੋਂ। ਤੇ ਆਓ ਫਿਰ ਇਸ ਮੁਕਾਬਲੇ ਦੀ ਸ਼ੁਰੂਆਤ ਕਰਦੇ ਹਾਂ। ਅੱਜ ਇੱਕ ਵਾਰ ਫਿਰ ਮੁਕਾਬਲਾ ਹੋਏਗਾ ਸਿੰਘ ਵੀਰਾਂ ਵਿਚਕਾਰ। ਅੱਜ ਇੱਥੇ ਆ ਕੇ ਸਾਡੇ 8 ਕੰਟੈਸਟੈਂਟ ਪਰਫਾਰਮ ਕਰਨਗੇ। ਇੱਕ ਵਾਰੀ ਫਿਰ ਉਹਨਾਂ ਨੂੰ ਮੌਕਾ ਮਿਲੇਗਾ, ਇੱਕ ਮੌਕਾ ਮਿਲੇਗਾ ਸਾਡੇ ਸੈਮੀਫਾਈਨਲ ਰਾਊਂਡਸ ਦੇ ਵਿੱਚ। ਤੇ ਇਸ ਮੁਕਾਬਲੇ ਦੀ ਸ਼ੁਰੂਆਤ ਕਰਨ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਆ ਰਹੇ ਨੇ ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਵਾਗਤ ਹੈ। ਅੱਜ ਕੀ ਖਾਸ ਤਿਆਰੀ ਕੀਤੀ ਹੈ ਤੁਸੀਂ ਤੇ ਕਿਹੜਾ ਸ਼ਬਦ ਇੱਥੇ ਸ਼ਬਦ ਗਾਇਨ ਕਰੋਗੇ? ਅੱਜ ਮੈਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੂੰ ਜਾਣਾਏ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਵਿਖਾਣੇ ਸ਼ਬਦ। ਬਹੁਤ ਖੂਬ ਜੀ, ਅਸੀਂ ਆਨੰਦ ਮਾਣਨਾ ਚਾਹਾਂਗੇ ਇਸ ਸ਼ਬਦ ਦਾ ਤੇ ਆਓ ਫਿਰ ਰਲ ਮਿਲ ਆਨੰਦ ਮਾਣਦੇ ਹਾਂ ਇਸ ਸ਼ਬਦ ਦਾ। ਆਲ ਦ ਬੈਸਟ ਟੂ ਯੂ। ਧੰਨਵਾਦ। ਤੂੰ ਜਾਣਾਏ ਤਾਂ ਕੋਈ ਜਾਣੇ, ਤੂੰ ਜਾਣਾਏ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਬਖਾਣੇ, ਤੇਰਾ ਦੀਆ ਨਾਮ ਬਖਾਣੇ ਤੂੰ ਜਾਣਾਏ ਤਾਂ ਕੋਈ ਜਾਣੇ, ਤੂੰ ਜਾਣਾਏ ਤਾਂ ਕੋਈ ਜਾਣੇ। ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ, ਹੁਕਮੇ ਜੰਮਣ ਹੁਕਮੇ ਮਰਨਾ ਤੇਰਾ ਦੀਆ ਨਾਮ ਬਖਾਣੇ, ਤੇਰਾ ਦੀਆ ਨਾਮ ਬਖਾਣੇ ਤੂੰ ਜਾਣਾਏ ਤਾਂ ਕੋਈ ਜਾਣੇ, ਤੂੰ ਜਾਣਾਏ ਤਾਂ ਕੋਈ ਜਾਣੇ, ਤੂੰ ਜਾਣਾਏ ਤਾਂ ਕੋਈ ਜਾਣੇ। ਵਾਹਿਗੁਰੂ। ਗੁਰਦੇਵ ਸਿੰਘ ਜੀ, ਇਹ ਪਾਵਨ ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੋਇਆ ਹੈ? ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀ। ਕੈਸੀ ਬਾਤ ਸਤਿਗੁਰਾਂ ਨੇ ਆਖੀ ਤੂੰ ਜਾਣਾਏ। ਲੋਕ ਕੋਈ ਲੱਖ ਯਤਨ ਕਰ ਲਵੇ, ਜਿੰਨਾ ਚਿਰ ਗੁਰੂ ਨਾ ਕਿਰਪਾ ਕਰੇ ਉਹਨਾਂ ਚਿਰ ਕੋਈ ਨਹੀਂ ਜਾਣ ਸਕਦਾ। ਸਾਡੀਆਂ ਸਿਆਣਪਾਂ ਕਿਸੇ ਕੰਮ ਨਹੀਂ, ਉਹ ਮਿਹਰ ਕਰੇ ਤਾਂ ਹੀ ਦੁਨੀਆ ਜਾਣ ਸਕਦੀ ਹੈ। ਬਹੁਤ ਬਜਟ ਵਿੱਚ ਗਲੇ ਵਿੱਚ ਸੋਹਣਾ ਗੁਰਾਮ ਹੈ ਤੁਸੀਂ ਗਾਵਿਆ, ਧੰਨਵਾਦ। ਤੁਹਾਡੇ ਲਈ ਸਵਾਲ ਇਹ ਹੈ, ਜਿਵੇਂ ਆਪਾਂ ਕੀਰਤਨੀਏ ਸ਼ਬਦ ਦੀ ਬੰਦਿਸ਼ ਬਣਾਉਣੀ ਹੈ, ਪਹਿਲਾਂ ਆਪਾਂ ਸ਼ਬਦ ਦਾ ਜੋੜ ਦੇਖਦੇ ਹਾਂ, ਨਾਪ ਤੋਲ ਦੇਖਦੇ ਹਾਂ ਜੀ ਵੀ ਆਪਾਂ ਕਿਵੇਂ ਇਸ ਗਾਈਏ ਵੀ ਸ਼ਬਦ ਦਾ ਪ੍ਰਭਾਵ ਬਣਿਆ ਰਹੇ। ਹਾਂਜੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਜਗ੍ਹਾ 2 ਪਦੇ, 4 ਪਦੇ, ਅਸ਼ਟਪਦੀਆਂ, ਇਹਦਾ ਕੀ ਭਾਵ ਹੈ? ਇਸ ਦਾ ਭਾਵ ਹੈ ਕਿ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਅਸ਼ਟਪਦੀ ਹੈ, ਉਸ ਦੇ 8 ਪਦੇ ਨੇ ਜੀ। ਉਹਨਾਂ 8 ਪਦਿਆਂ ਵਿੱਚੋਂ ਅਸੀਂ ਇੱਕ ਪਦੇ ਦਾ ਸ਼ਬਦ ਉਚਾਰਨ ਕਰ ਸਕਦੇ ਹਾਂ। ਇਸੇ ਤਰ੍ਹਾਂ
ਚਾਰ ਪਦੇ ਜਿਵੇਂ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸ਼ਬਦ ਪੂਰਾ ਹੋਣ ਤੋਂ ਬਾਅਦ ਇੱਕ ਪਦਾ ਪੂਰਾ ਹੋ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਪਦਾ ਹੈ ਨਵਨਿਧ ਸਿੱਧ ਰਿੱਧ ਦੀਨੇ ਕਰਤੇ, ਟੋਟ ਨਾ ਆਵੇ ਕਾਈ ਰਾਮ। ਇਸ ਤਰ੍ਹਾਂ ਇਹ ਚਾਰ ਪਦੇ ਨੇ। ਦੋ ਪਦੇ। ਦੋ ਪਦਿਆਂ ਬਾਰੇ ਨਹੀਂ ਪਤਾ ਜੀ। ਸਿੰਘ ਸਾਹਿਬ ਜੀ ਤੁਸੀਂ ਵਿਸਤਾਰ ਨਾਲ। ਸੋਢੀ ਸਾਹਿਬ ਜੀ ਨੇ ਜੋ ਆਪ ਜੀ ਨੂੰ ਪੁੱਛਿਆ ਬਹੁਤ ਸੁੰਦਰ ਉੱਤਰ ਦਿੱਤੇ ਨੇ ਆਪ ਜੀ ਨੇ। ਇਸੇ ਪ੍ਰਕਾਰ ਸ਼ਬਦ ਇੱਕ ਤੁਕਾ, ਦੋ ਤੁਕੇ, ਤੇ ਤੁਕੀ, ਜੀ ਪੰਜ ਪਦੇ, ਇਹ ਇੱਕ ਇੱਕ ਪਦ ਦੇ ਬੰਦ ਨੇ। ਜਿਸ ਜੀ। ਤਰ੍ਹਾਂ ਇੱਕ ਪਦ ਦਾ ਇੱਕ ਬੰਦ ਆ, ਉਸ ਨੂੰ ਕਹਿੰਦੇ ਇੱਕ ਤੁਕੀ। ਇਸੇ ਪ੍ਰਕਾਰ ਦੋ ਪਦੇ ਜੋ ਦੋ ਪਦਿਆਂ ਦਾ ਇੱਕ ਬੰਦ ਬਣਦਾ ਹੈ, ਹਾਂਜੀ ਉਹਨਾਂ ਦੋਨਾਂ ਪਦਿਆਂ ਦੇ ਇੱਕੋ ਹੀ ਸਿਧਾਂਤ ਹੁੰਦਾ। ਇੱਕੇ ਸਿਧਾਂਤ ਨੂੰ ਪ੍ਰਗਟ ਕਰਨ ਵਾਸਤੇ ਜੇ ਉਹ ਚਾਰ ਪੰਕਤੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ, ਚੌਪਦਾ ਬਣ ਜਾਂਦਾ ਹੈ। ਜੀ ਜੇ ਪੰਜ ਪੰਕਤੀਆਂ ਨੇ ਪੰਜ ਪਦਾ, ਜੇ ਇੱਕ ਪੰਕਤੀ ਹੈ ਇੱਕ ਤੁਕੀ। ਜੀ। ਇਸੇ ਪ੍ਰਕਾਰ ਹੀ ਦੋ ਤੁਕੀ ਜਾਂ ਦੋ ਪਦੇ, ਹਾਂਜੀ ਇਹ ਸ਼ਬਦ ਦਾ ਉਹ ਸਿਧਾਂਤ ਹੁੰਦਾ ਹੈ ਜੋ ਸਤਿਗੁਰਾਂ ਨੇ ਉਹ ਪੰਕਤੀਆਂ ਵਿੱਚ ਉਚਾਰਨ ਕੀਤਾ, ਉਹਦੇ ਉੱਤੇ ਸੁਰਲੇਖ ਦਿੱਤੇ ਹੋਏ। ਹਾਂਜੀ। ਭਾਈ ਠੀਕ ਹੈ, ਨਿਰਮਲ ਸਿੰਘ ਜੀ, ਗੁਰਦੇਵ ਸਿੰਘ ਉਹਨਾਂ ਦੀ ਜੋ ਗਾਇਕੀ, ਜੋ ਉਹਨਾਂ ਨੇ ਸ਼ਬਦ ਗਾਇਆ, ਸੁਰਤਾਲ ਕਿਵੇਂ ਰਿਹਾ? ਭਾਈ ਗੁਰਦੇਵ ਸਿੰਘ ਜੀ, ਜਿਵੇਂ ਪਹਿਲਾਂ ਤੁਸੀਂ ਅੱਛੀ ਪਰਫਾਰਮੈਂਸ ਦਿੰਦੇ ਰਹੇ ਹੋ, ਪਰ ਅੱਜ ਮੈਨੂੰ ਇਹਦੇ ਵਿੱਚ ਦਮ ਨਹੀਂ ਜਾਪਿਆ, ਤੇ ਇਸ ਤਰ੍ਹਾਂ ਦੀ ਅਸੀਂ ਤੁਹਾਡੇ ਕੋਲ ਆਸ ਨਹੀਂ ਰੱਖਦੇ। ਅੱਗੇ ਵਧੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੇ ਆਨੰਦ ਮਾਣਿਆ ਪੰਜਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰੇ ਹੋਏ ਇਸ ਸ਼ਬਦ ਦਾ। ਤੇ ਆਓ ਫਿਰ ਇਸ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ, ਕਿਉਂਕਿ ਇਹ ਮੁਕਾਬਲਾ ਹੈ ਸਾਡੇ ਕੰਟੈਸਟੈਂਟਸ ਦੀ ਗਾਇਨ ਸ਼ਮਤਾ ਦਾ। ਤੇ ਆਓ ਵੇਖਦੇ ਹਾਂ ਸਾਡੇ ਅਗਲੇ ਕੰਟੈਸਟੈਂਟ ਕਿੰਨੀ ਕੁ ਤਿਆਰੀ ਨਾਲ ਆਏ ਹੋਏ ਨੇ। ਮੈਂ ਸੱਦਾ ਦੇਣਾ ਚਾਹਾਂਗੀ ਇੱਥੇ ਜਸਵਿੰਦਰ ਪਾਲ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਸ਼ਬਦ ਗਾਇਨ ਕਰੋਗੇ ਮੈਂ ਤੁਸੀਂ? ਭਗਤ ਕਬੀਰ ਜੀ ਦਾ ਬਸੰਤ ਰਾਗ ਵਿੱਚ ਸਭ ਮਨ ਮਾਤੇ ਕਉ ਨਾ ਜਾਗ, ਸੰਗ ਹੀ ਚੋਰ ਘਰ ਮੁਸਨ ਲਾਗ। ਕੀ ਬਾਤ ਹੈ। ਬਸੰਤ ਰਾਗ ਵਿੱਚ ਭਗਤ ਹਾਂਜੀ। ਕਬੀਰ ਜੀ ਦੀ ਬਾਣੀ। ਹਾਂਜੀ। ਆਲ ਦ ਬੈਸਟ ਟੂ ਯੂ ਜੀ। ਆਪਣਾ ਸਥਾਨ ਧੰਨਵਾਦ। ਗ੍ਰਹਿਣ ਕਰੋ। बसंत कबीर जी कर पहला सब माद माते को ना जाग, सब माद माते को ना जाग। सब माद माते को ना जाग, संग ही चोर कार मुसन लाग, संग ही चोर कार मुसन लाग। सब माद माते को ना जाग, सब माद माते को ना जाग, संग ही चोर कार मुसन लाग। सब माद माते को ना जाग। पंडित जान माते पाड़ पुराण, पंडित जान माते पाड़ पुराण, जोगी माते जोगते आन।
सन्यासी माते आहं मेव सन्यासी माते आहं मेव तपसी माते तप कै पेव तपसी माते तप कै पेव सब माद माते को न जाग। ਜਸਵਿੰਦਰਪਾਲ ਸਿੰਘ ਜੀ, ਤੁਸੀਂ ਸਤਿਗੁਰਾਂ ਦਾ ਸ਼ਬਦ ਸ਼ਰਧਾ ਨਾਲ ਸੁਣਾਇਆ, ਧੰਨਵਾਦ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਨਾਨਕ ਮਹਾਰਾਜ ਜੀ ਦੀ ਸਿੱਧਾ ਨਾਲ ਮੁਲਾਕਾਤ ਹੋਈ, ਉਹ ਅਸੀਂ ਬਾਣੀ ਕਿਹੜੀ ਬਾਣੀ ਹੈ ਉਹਦਾ ਅਸੀਂ ਕੀਰਤਨ ਵੀ ਕਰਦੇ ਹਾਂ, ਉਸ ਬਾਣੀ ਦਾ ਨਾਮ ਤੁਸੀਂ ਦੱਸੋ। ਉਸ ਬਾਣੀ ਨੂੰ ਜੀ ਸਿੱਧ ਗੋਸ਼ਟ ਆਖਿਆ ਜਾਂਦਾ ਹੈ। ਠੀਕ ਹੈ ਸਵਾਲ। ਭਾਈ ਨਿਰਮਲ ਸਿੰਘ ਜੀ। ਪਿਆਰੇ ਛੋਟੇ ਵੀਰ ਜਸਵਿੰਦਰਪਾਲ ਸਿੰਘ ਜੀ, ਤੁਸੀਂ ਯਤਨ ਬਹੁਤ ਹੀ ਵਧੀਆ ਕੀਤਾ ਹੈ ਕਿ ਬਰਾਵਲ ਥਾਟ ਦਾ ਇਹ ਰਾਗ ਹੈ ਬਸੰਤ, ਜਿਹੜਾ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਪੁਰਾਤਨ ਸ਼ੈਲੀ ਅਨੁਸਾਰ ਗਾਇਨ ਕੀਤਾ ਜਾਂਦਾ ਹੈ ਔਰ ਬਾਕੀ ਜਗ੍ਹਾ ਕਾਫੀ ਘੱਟ ਗਾਇਆ ਜਾਂਦਾ ਹੈ। ਪਰ ਮੈਨੂੰ ਅਫਸੋਸ ਹੈ ਕਿ ਜਿਹੜਾ ਰਾਗ ਦਾ ਸਰੂਪ ਸੀ ਤੁਸੀਂ ਉਹਨੂੰ ਬਰਕਰਾਰ ਨਹੀਂ ਰੱਖ ਸਕੇ ਜਿਵੇਂ ਉਹਨੂੰ ਰੱਖਣਾ ਚਾਹੀਦਾ ਹੈ। ਸਿੰਘ ਸਾਹਿਬ ਜੀ। ਆਪ ਜੀ ਨੇ ਬਹੁਤ ਸ਼ੁੱਧ ਉਚਾਰਨ ਕਰਨ ਦੀ, ਥੋੜ੍ਹਾ ਜਿਹਾ ਹੋਰ ਧਿਆਨ ਦੇਣ ਦੀ ਲੋੜ ਹੈ। ਮਾਤੇ ਸ਼ਬਦ ਨੂੰ ਮਾਤੇ ਪੜ੍ਹਨਾ, ਮਾਤੇ ਜੋ ਮਸਤ ਹੁੰਦੇ ਨੇ ਉਸ ਨੂੰ ਮਾਤੇ ਨਹੀਂ ਪੜ੍ਹਨਾ, ਮਾਤੇ ਥੋੜ੍ਹਾ ਜਿਹਾ ਭਾਰਾ ਕਰਕੇ। ਇਹਦੇ ਵਿੱਚ ਤਪਸੀ ਮਾਤੇ ਤਪ ਕੇ ਭੇਵ, ਇੱਥੇ ਕੈ ਸ਼ਬਦ ਨਹੀਂ, ਦਲਾਈਆਂ ਨਹੀਂ ਉਚਾਰਨ ਕਰਨੀਆਂ, ਇੱਕ ਕਲਾਮ ਕੇ ਸ਼ਬਦ ਵੀ ਵਾਸਤੇ ਕੈ ਹੁੰਦਾ ਅਥਵਾ, ਔਰ ਬਹੁਤ ਸੁੰਦਰ ਹੈ। ਸਤਿਗੁਰੂ ਹੋਰ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਮਿੱਠੀ ਹੈ, ਕਿੰਨਾ ਮਿਠਾਸ ਹੈ ਇਸ ਬਾਣੀ ਦੇ ਵਿੱਚ, ਭਾਵੇਂ ਸਾਡੇ ਗੁਰੂਆਂ ਦੀ ਬਾਣੀ ਹੋਵੇ, ਭਾਵੇਂ ਭਗਤਾਂ ਦੀ ਬਾਣੀ ਹੋਵੇ। ਅਸੀਂ ਆਨੰਦ ਮਾਣਿਆ ਭਗਤ ਕਬੀਰ ਜੀ ਦੀ ਬਾਣੀ ਦਾ। ਤੇ ਆਓ ਫਿਰ ਹੁਣ ਵੇਖਦੇ ਹਾਂ ਸਾਡੇ ਅਗਲੇ ਕੰਟੈਸਟੈਂਟ ਸਾਡੇ ਕਿਹੜੇ ਗੁਰੂ ਮਹਾਰਾਜ ਜਾਂ ਕਿਹੜੀ ਬਾਣੀ ਦਾ ਰਸ ਲੈ ਕੇ ਸਾਡੇ ਲਈ ਆ ਰਹੇ ਨੇ। ਮੈਂ ਬੁਲਾਉਣਾ ਚਾਹਾਂਗੀ ਸਾਡੇ ਅਗਲੇ ਕੰਟੈਸਟੈਂਟ ਵਿਕਰਮਜੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਸਵਾਗਤ ਹੈ ਵਿਕਰਮਜੀਤ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਅੱਜ ਤੁਸੀਂ ਕਿਹੜੇ ਸ਼ਬਦ ਦੀ ਤਿਆਰੀ ਕਰਕੇ ਆਏ ਹੋ? ਅੱਜ ਹੀ ਮੈਂ ਇੱਕ ਰੀਤ ਗਾਇਨ ਕਰਾਂਗਾ ਜਿਸ ਨੂੰ ਤੁਖਾਰੀ ਛੰਤ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। क्या बात है, निर्गुण राख लिया संतन का सदका। आओ मिलके सरवन करते हैं, आनंद मानते हैं इस शब्द का। ऑल द बेस्ट टू यू। सतगुर मेरा सदा दयाला, मोहे दीन को राख लिया। निर्गुण राख लिया, निर्गुण राख लिया, निर्गुण राख लिया, निर्गुण राख लिया। संतन का सदका, संतन का सदका, सतगुर टाक लिया, सतगुर टाक लिया, सतगुर टाक लिया,
ਵਿਕਰਮਜੀਤ ਸਿੰਘ ਜੀ ਬਹੁਤ ਅੱਛਾ ਗਾਇਆ। ਰੀਤ ਵਿੱਚ ਸਹਿਜ ਬਹੁਤ ਸੀ, ਬੜੀ ਪਿਆਰੀ ਰੀਤ ਸੀ। ਧੰਨਵਾਦ। ਧੰਨਵਾਦ। ਸਵਾਲ ਤੁਹਾਡੇ ਲਈ ਇਹ ਹੈ, ਜਦੋਂ ਕੀਰਤਨ ਦੀ ਗੱਲ ਚੱਲਦੀ ਏ ਤੇ ਉੱਥੇ ਰਵਾਬੀਆਂ ਦਾ ਬਹੁਤ ਯੋਗਦਾਨ ਰਿਹਾ ਹੈ ਕੀਰਤਨ ਵਿੱਚ। ਮਰਦਾਨਾ ਜੀ ਤੋਂ ਬਾਅਦ ਰਾਜਾਦਾ ਜੀ, ਸਜਾਦਾ ਜੀ, ਉਹਨਾਂ ਨੇ ਕੀਰਤਨ ਕੀਤਾ, ਤੇ ਇਹਨਾਂ ਤੋਂ ਬਾਅਦ ਕਿਹਨਾਂ ਨੇ ਕੀਰਤਨ ਕੀਤਾ? ਭਾਈ ਸਜਾਦਾ ਜੀ ਤੇ ਭਾਈ ਰਜਾਦਾ ਜੀ ਤੋਂ ਬਾਅਦ ਗੁਰੂ ਘਰ ਵਿੱਚ ਜੋ ਕੀਰਤਨ ਦੀ ਰਬਾਬੀ ਕੀਰਤਨੀ ਜਿਨ੍ਹਾਂ ਨੂੰ ਆਪਾਂ ਬੋਲ ਦਿੰਦੇ ਹਾਂ ਜੀ, ਉਹਨਾਂ ਵਿੱਚ ਭਾਈ ਸਾਧੂ ਜੀ ਤੇ ਭਾਈ ਮਾਧੂ ਜੀ ਨੇ ਕੀਰਤਨ ਦੀ ਸੇਵਾ ਗੁਰੂ ਘਰ ਵਿੱਚ ਰਬਾਬ ਦੁਆਰਾ ਕੀਤੀ। ਕੌਣ ਸਨ ਉਹ? ਰਬਾਬੀ ਕੀਰਤਨੀ ਹੈ ਜੀ। ਨਹੀਂ, ਉਹ ਕਿੰਨਾਂ ਵਿੱਚੋਂ ਸੀ? ਕੌਣ ਸੀ? ਹੋਰ ਵੀ ਗੱਲ ਖੁੱਲ ਜਾਏਗੀ। ਉਹ ਭਾਈ ਸਜਾਦਾ ਜੀ ਤੇ ਭਾਈ ਰਜਾਦਾ ਜੀ ਦੇ ਪੀੜ੍ਹੀ ਵਿੱਚੋਂ ਹੀ ਸਨ ਜੀ। ਇੰਜ ਕਹਿ ਲਈਏ ਉਹ ਮਰਦਾਨਾ ਜੀ ਦੇ ਪੋਤਰੇ ਸਨ। ਹਾਂਜੀ। ਮਰਦਾਨਾ ਜੀ ਦੇਖੋ ਕਿੱਡੀ ਉੱਚੀ ਭਾਗਾਂ ਵਾਲੇ ਰੂਹ, ਪੋਤਰਿਆਂ ਨੇ ਵੀ ਕੀਰਤਨ ਕੀਤਾ ਗੁਰੂ ਨਾਨਕ ਘਰ ਵਿੱਚ। ਧੰਨਵਾਦ ਤੁਹਾਡਾ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਕਾਕਾ ਵਿਕਰਮਜੀਤ ਸਿੰਘ ਜੀ, ਸ਼ਬਦ ਰੀਤ ਦਾ ਬਹਿਰ ਟਿਕਾਓ, ਵਾਵਾ ਠੱਠ ਬੰਨਿਆ, ਇਸ ਵਾਰ ਅੱਛਾ ਸੀ। ਸੰਗਤਾਂ ਨੂੰ ਸਰਸ਼ਾਰ ਕਰਨ ਵਾਲੀ ਰੀਤ ਸੀ ਔਰ ਸੋਹਣੇ ਤਰੀਕੇ ਨਾਲ ਤੁਸੀਂ ਇਸ ਨੂੰ ਪੇਸ਼ ਕੀਤਾ ਹੈ। ਇੱਕ ਚੰਗੇ ਕੀਰਤਨੀ ਦੀ ਤਰ੍ਹਾਂ ਸ਼ਬਦ ਗਾਇਨ ਕਰਨ ਦਾ ਇਹ ਜੋ ਤੁਹਾਡਾ ਯਤਨ ਸੀ, ਇਸ ਨੂੰ ਵਸ਼ ਬੂਰ ਪਏਗਾ। ਹੋਰ ਮਿਹਨਤ ਜਾਰੀ ਰੱਖੋ ਕਿ ਅੱਗੇ ਆਉਣ ਵਾਲਾ ਜਿਹੜਾ ਸਾਡਾ ਸਮਾਂ ਹੈ ਕਾਫੀ ਕਠਿਨ ਰਸਤਿਆਂ ਵਾਲਾ ਹੈ। ਸਿੰਘ ਸਾਹਿਬ ਜੀ। ਭਾਈ ਵਿਕਰਮਜੀਤ ਸਿੰਘ ਜੀ, ਆਪ ਜੀ ਨੇ ਬਹੁਤ ਸੁੰਦਰ, ਬਹੁਤ ਸ਼ੁੱਧ ਤੇ ਬਹੁਤ ਸਪਸ਼ਟ ਗਾਇਨ ਕੀਤਾ ਹੈ। ਥੋੜਾ ਜਿਹਾ ਹੋਰ ਕੋਸ਼ਿਸ਼ ਕਰ ਲਓ। ਜਿਸ ਪ੍ਰਕਾਰ ਸ਼ਬਦ ਸਤਿਗੁਰ ਰਾਖ ਲਿਆ ਮੋਹਿ ਪਾਪੀ ਪੜਦਾ, ਇੱਥੇ ਸਤਿਗੁਰ ਰਾਖ ਲਿਆ ਮੋਹਿ ਪਾਪੀ ਪੜਦਾ, ਥੋੜੀ ਜੀ ਜਮਕੀ ਦਿਓ ਸਤਿਗੁਰ ਤੇ, ਨਿਰਗੁਣ ਤੇ। ਇਹਦੀ ਹੋਰ ਵੀ ਸਪਸ਼ਟਤਾ, ਅਰਥਾਂ ਦੀ ਸ਼ੁੱਧਤਾ ਤੇ ਗੁਰਬਾਣੀ ਦੀ ਸ਼ੁੱਧਤਾ ਹੋਵੇਗੀ। ਸਤਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਇੱਕ ਵਾਰ ਫਿਰ ਆਨੰਦ ਮਾਣਿਆ ਪੰਚਮ ਪਾਤਸ਼ਾਹ। ਜੀ ਹਾਂ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰੇ ਹੋਏ ਸ਼ਬਦ ਦਾ। ਹਾਲੇ ਸਾਡੇ ਹੋਰ ਵੀ ਨੇ ਕੰਟੈਸਟੈਂਟ, 5 ਕੰਟੈਸਟੈਂਟ ਹੋਰ ਨੇ ਜਿਨ੍ਹਾਂ ਨੇ ਵਾਰੋ ਵਾਰੀ ਇੱਥੇ ਆ ਕੇ ਪਰਫਾਰਮ ਕਰਨਾ ਹੈ, ਸ਼ਬਦ ਗਾਇਨ ਕਰਨਾ ਹੈ। ਉਸ ਸ਼ਬਦ ਦਾ ਕਿੰਨਾ ਮਿੱਠਾ ਰਸ, ਕਿੰਨਾ ਆਨੰਦ ਆਏਗਾ, ਇਸ ਗੱਲ ਦਾ ਅਹਿਸਾਸ ਤੁਹਾਨੂੰ ਹੋ ਹੀ ਚੁੱਕਿਆ ਹੋਏਗਾ। ਲੇਕਿਨ ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਲੇਕਿਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਸਾਡੇ ਜੱਜ ਸਾਹਿਬਾਨ ਵਿੱਚੋਂ ਸੋਢੀ ਸਾਹਿਬ ਕੁਝ ਕਹਿਣ, ਕਿਉਂਕਿ ਇਹ ਬੱਚੇ ਜੋ ਇੰਨਾ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਪਏ ਨੇ, ਉਹਨਾਂ ਦਾ ਉਤਸ਼ਾਹ ਵਧਾਓ। ਕੁਝ 2 ਗੱਲਾਂ ਤੁਸੀਂ ਕਹੋ। ਭਲੋ ਭਲੋ ਰੇ ਕੀਰਤਨੀਆਂ ਵਿੱਚ ਜੋ ਮੇਰੀ ਭੈਣ, ਮੇਰਾ ਵੀਰ ਅੱਵਲ ਦਰਜੇ ਤੇ ਆਏਗਾ, ਅਮਰੀਕਾ ਵਿੱਚ ਰਹਿੰਦੇ ਮੇਰੇ ਮਿੱਤਰ, ਉਹਨਾਂ ਨੇ ਉਪਰਾਲਾ ਕੀਤਾ ਹੈ। ਸਰਦਾਰ ਗੁਰਚਰਨ ਸਿੰਘ ਜੀ ਰੱਕੜ, ਉਹ ਉਸ ਕੀਰਤਨੀਏ ਨੂੰ ਵੀਜ਼ਾ ਲਵਾਉਣਗੇ, ਆਪਣੇ ਖਰਚੇ ਤੇ ਅਮਰੀਕਾ ਲੈ ਕੇ ਜਾਣਗੇ ਤੇ ਉੱਥੇ ਗੁਰੂ ਘਰਾਂ ਵਿੱਚ ਕੀਰਤਨ ਦੀ ਸੇਵਾ ਵੀ ਕਰਾਉਣਗੇ। ਤੇ ਦਾਸ ਵੱਲੋਂ ਵੀ 51 ਹਜ਼ਾਰ ਰੁਪਈਆ ਉਹਨਾਂ ਦੋਨਾਂ ਕੀਰਤਨੀਆਂ ਨੂੰ ਦਿੱਤਾ ਜਾਵੇਗਾ। ਬਹੁਤ ਖੂਬ ਜੀ, ਬਹੁਤ ਵਧੀਆ। ਇੰਨੇ ਉਮਦਾ ਇੰਤਜ਼ਾਮ ਕੀਤੇ ਗਏ ਨੇ, ਇਹਨਾਂ ਵੱਧ ਚੜ੍ਹ ਕੇ ਸੰਗਤਾਂ ਵਿੱਚੋਂ ਲੋਕੀ ਆ ਕੇ ਹਿੱਸਾ ਲੈਂਦੇ ਪਏ ਨੇ। ਅਸੀਂ ਸ਼ੁਕਰਗੁਜ਼ਾਰ ਹਾਂ ਦਵਿੰਦਰ ਸਿੰਘ ਸੋਢੀ ਜੀ ਦੇ, ਤੇ ਨਾਲੇ ਸ਼ੁਕਰਗੁਜ਼ਾਰ ਹਾਂ ਰੱਕੜ ਸਾਹਿਬ ਦੇ। ਤੇ ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਣਾ, ਵੇਖਦੇ ਰਹੋ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ। ਬ੍ਰੇਕ ਤੋਂ ਬਾਅਦ ਮੈਂ ਨਿਮੀ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ, ਲੈ ਕੇ ਆਈ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ, ਜਿਸ ਨੂੰ ਤੁਸੀਂ ਢੇਰ ਸਾਰਾ ਪਿਆਰ ਦੇ ਰਹੇ ਹੋ। ਸਵਾਗਤ ਹੈ ਪਲੋ ਪਲੋ ਰੇ ਕੀਰਤਨੀਆਂ ਦੇ ਵਿੱਚ। ਆਪ ਸਭ ਜੀ ਆਨੰਦ ਮਾਣਦੇ ਪਏ ਹੋ ਸਾਡੇ ਸੈਮੀਫਾਈਨਲ ਰਾਊਂਡਸ ਦਾ। ਤੇ ਅੱਜ ਮੁਕਾਬਲਾ ਚੱਲਦਾ ਪਿਆ ਸਾਡੇ ਸਿੰਘ ਵੀਰਾਂ ਦੇ ਵਿਚਕਾਰ। ਬ੍ਰੇਕ ਤੋਂ ਪਹਿਲਾਂ ਸਾਡੇ 3 ਸਿੰਘ ਵੀਰ ਇੱਥੇ ਆ ਕੇ ਪਰਫਾਰਮ ਕਰ ਚੁੱਕੇ ਨੇ। ਇਹਨਾਂ ਨੇ ਆਪਣੇ ਮੌਕੇ ਦਾ ਕਿੰਨਾ ਲਾਹਾ ਲਾਇਆ ਤੇ ਰਿਜ਼ਲਟ ਐਪੀਸੋਡ ਵਿੱਚ ਪਤਾ ਚੱਲੇਗਾ। ਹਾਲੇ ਸਾਡੇ ਬਾਕੀ ਦੇ 5 ਕੰਟੈਸਟੈਂਟਸ ਨੇ, ਸਾਡੇ ਸਿੰਘ ਵੀਰਾਂ ਨੇ ਇੱਥੇ ਆ ਕੇ ਸ਼ਬਦ ਗਾਇਨ ਕਰਨਾ ਹੈ। ਤੇ ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਆਣਗੇ ਹਰਭਜਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ ਤੁਹਾਡਾ। ਅੱਜ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਅੱਜ ਮੈਂ ਜਿਹੜੇ ਸ਼ਬਦ ਦਾ ਗਾਇਨ ਕਰਨ ਜਾ ਰਿਹਾ ਉਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ
ਮੁਖਾਰਬਿੰਦ 'ਚੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ 375 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਤੇ ਦਰਜ ਹੈ। ਰੀਤ ਦੇ ਰੂਪ ਵਿੱਚ ਮੈਂ ਇਹ ਸ਼ਬਦ ਗਾ ਰਿਹਾ। ਬਿਲਕੁਲ ਜੀ, ਸਾਡੇ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਇੱਕ ਵਾਰ ਫਿਰ ਆਓ ਆਨੰਦ ਮਾਣਦੇ ਹਾਂ ਪੰਜਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਾ ਇਹ ਸ਼ਬਦ। ਆਲ ਦ ਬੈਸਟ ਟੂ ਯੂ। ਧੰਨਵਾਦ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਮਨ ਕਿਉਂ ਬੈਰਾਗ ਕਰੇਗਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਤਿਗੀ ਭਰਪੂਰਾ, ਅੰਮ੍ਰਿਤਸਰ ਸਤਿਗੀ ਭਰਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਪ੍ਰਭ ਹੋਏ ਕਿਰਪਾ ਤਾਏ ਮਨ ਲਾਈ, ਸਤਿਗੁਰ ਸੇਵ ਸਬੈ ਫਲ ਪਾਈ, ਪ੍ਰਭ ਹੋਏ ਕਿਰਪਾਲ ਤਾਏ ਮਨ ਲਾਈ, ਸਤਿਗੁਰ ਸੇਵ ਸਬੈ ਫਲ ਪਾਈ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਮਨ ਕਿਉਂ ਬੈਰਾਗ ਕਰੇਗਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਹਰਭਜਨ ਸਿੰਘ ਜੀ, ਬਹੁਤ ਸਾਦੀ ਤੇ ਬਹੁਤ ਪਿਆਰੀ ਰੀਤ ਤੁਸੀਂ ਗਾਈ। ਸਵਾਲ ਤੁਹਾਡੇ ਵਾਸਤੇ ਇਹ ਹੈ ਵੀ ਉਹ ਕਿਹੜੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰੇ ਵੱਖਰੇ ਅੰਗ ਤੇ ਲਿਖੀ ਹੋਈ ਹੈ, ਪਰ ਜਦੋਂ ਅਸੀਂ ਕੀਰਤਨ ਕਰਦੇ ਹਾਂ ਤੇ ਇਕੱਠਾ ਕਰਦੇ ਹਾਂ ਉਸ ਬਾਣੀ ਦਾ? ਭਾਈ ਸਾਹਿਬ ਜੀ, ਦਾਸ ਦੀ ਤੁਸ਼ ਬੁੱਧੀ ਅਨੁਸਾਰ ਜਿਵੇਂ ਆਸਾ ਕੀ ਵਾਰ ਹੈ ਜੀ, ਆਸਾ ਕੀ ਵਾਰ ਆਸਾ ਰਾਗ ਵਿੱਚ ਸਾਹਿਬਾਂ ਨੇ ਜਿਹੜੀ 472 ਅੰਗ ਤੇ ਲਿਖੀ ਹੈ, ਉਚਾਰਨ ਹੈ, ਉਸ ਤੋਂ 5-6 ਅੰਗ ਪਿੱਛੇ ਪੱਕਾ ਕਨਫਰਮ ਨਹੀਂ ਸ਼ੰਤ ਹਨ, ਪਰ ਜਦੋਂ ਆਪਾਂ ਕੀਰਤਨ ਕਰਦੇ ਹਾਂ ਸ਼ੰਤ ਪਹਿਲਾਂ ਪੜ੍ਹਦੇ ਹਾਂ, ਉਸ ਦੇ ਬਾਅਦ ਆਸਾ ਕੀ ਵਾਰ ਦੇ ਸ਼ਲੋਕ ਮਹੱਲਾ ਪਹਿਲਾ ਤੇ ਪੌੜੀ ਫਿਰ ਆਸਾ ਕੀ ਵਾਰ ਸੰਪੂਰਨ ਹੁੰਦੀ ਹੈ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਹਰਭਜਨ ਸਿੰਘ ਜੀ, ਜੋ ਤੁਸੀਂ ਰੀਤ ਗਾਵੀ ਹੈ ਕਾਫੀ ਸਹਿਜ ਭਾਵਪੂਰਤ ਔਰ ਸੰਗਤ ਨੂੰ ਸਰਸ਼ਾਰ ਕਰਨ ਵਾਲੀ ਸੀ।
ਕਾਫੀ ਅੱਛੀ ਲੱਗੀ। ਮੈਂ ਦੁਆ ਕਰਦਾ ਹਾਂ ਕਿ ਤੁਸੀਂ ਅੱਗੇ ਵਧੋ। ਸਿੰਘ ਸਾਹਿਬ ਜੀ, ਆਪ ਜੀ ਨੇ ਬਹੁਤ ਹੀ ਸਾਵਧਾਨਤਾ ਨਾਲ ਗਾਇਨ ਕੀਤਾ ਹੈ, ਲਗ ਮਾਤਰਾ ਦਾ ਵਿਸ਼ੇਸ਼ ਕਰਕੇ ਖਿਆਲ ਕੀਤਾ ਹੈ। ਔਰ ਦਾਸ ਵੱਲੋਂ ਆਪ ਨੂੰ ਬਹੁਤ ਬਹੁਤ ਮੁਬਾਰਕ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਗੁਰਬਾਣੀ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਾਸਤੇ ਵੀ ਗਾਇਨ ਦਾ ਉਪਰਾਲਾ ਰੱਖਿਆ ਜਾਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇੱਕ ਤੋਂ ਬਾਅਦ ਇੱਕ ਸਾਡੇ ਕੰਟੈਸਟੈਂਟਸ ਇੱਥੇ ਆ ਕੇ ਬਿਹਤਰੀਨ ਪੇਸ਼ਕਾਰੀਆਂ ਦਿੰਦੇ ਜਾ ਰਹੇ ਨੇ, ਸ਼ਬਦ ਗਾਇਨ ਕਰਦੇ ਪਏ ਨੇ ਪੂਰੀ ਭਾਵਨਾ ਦੇ ਨਾਲ, ਅੱਛੀ ਤਰ੍ਹਾਂ ਨਾਲ ਇੱਥੇ ਪਰਫਾਰਮ ਕਰਦੇ ਪਏ ਨੇ। ਜਿੰਨੀ ਅੱਛੀ ਪਰਫਾਰਮੈਂਸ ਸਾਡੇ ਇਹਨਾਂ ਕੰਟੈਸਟੈਂਟਸ ਦੀ ਹੋ ਰਹੀ ਹੈ, ਉਨਾ ਹੀ ਔਖਾ ਕੰਮ ਹੁੰਦਾ ਜਾ ਰਿਹਾ ਸਾਡੇ ਮਾਨਯੋਗ ਜੱਜਿਸ ਦਾ। ਉਹਨਾਂ ਲਈ ਇਹ ਫੈਸਲਾ ਕਰਨਾ ਬੜਾ ਮੁਸ਼ਕਿਲ ਹੋਏਗਾ, ਲੇਕਿਨ ਇਸੀ ਗੱਲ ਦੀ ਤੇ ਪਰਖ ਹੋਏਗੀ ਕਿ ਇਹਨਾਂ ਬਿਹਤਰੀਨ ਵਿੱਚੋਂ ਕੌਣ ਹੋਏਗਾ ਉਹ ਬਿਹਤਰੀਨ ਜੋ ਅੱਗੇ ਵਧੇਗਾ। ਆਓ ਫਿਰ ਇਸ ਮੁਕਾਬਲੇ ਨੂੰ ਅੱਗੇ ਤੋਰਦੇ ਹਾਂ, ਬੁਲਾਉਂਦੇ ਹਾਂ ਜਲੰਧਰ ਤੋਂ ਆਏ ਸਾਡੇ ਸਿੰਘ ਵੀਰ ਪਰਮਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਥੇ। ਧੰਨਵਾਦ ਜੀ। ਕਿਹੜੇ ਸ਼ਬਦ ਦਾ ਗਾਇਨ ਕਰੋਗੇ ਅੱਜ ਤੁਸੀਂ ਇੱਥੇ? ਮੈਂ ਦਸਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਜੋ ਕਿ ਸੂਰਤ ਰਾਗ ਵਿੱਚ ਉਹਨਾਂ ਨੇ ਉਚਾਰਨ ਕੀਤਾ ਜੀ। ਮੈਂ ਇੱਕ ਤਾਲ ਵਿੱਚ ਗਾਇਨ ਕਰਾਂਗਾ ਜੀ ਉਸ ਦਾ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। प्रभ जू तो कहलाज हमारी, प्रभ जू तो कहलाज हमारी, नीलकंठ नरहर नारायण, नीलकंठ नरहर नारायण, नील बसन बनवारी, नील बसन बनवारी, प्रभ जू तो कहलाज हमारी, प्रभ जू तो कहलाज हमारी। परम पुरख परमेश्वर स्वामी, परम पुरख परमेश्वर स्वामी, परम पुरख परमेश्वर स्वामी,
माधव महा ज्योत मधुमर्दन माधव महा ज्योत मधुमर्दन मान मुकंद मुरारी मान मुकंद मुरारी मान मुकंद मुरारी प्रभु तो कहलाज हमारी प्रभु तो कहलाज हमारी। ਪਰਮਿੰਦਰ ਸਿੰਘ ਦੀ ਅੱਛਾ ਗਾਇਆ ਤੁਸੀਂ, ਸੋਹਣਾ ਸਮਾਂ ਬੰਨਿਆ, ਬਹੁਤ ਰਸ ਆਇਆ। ਜਿਹੜਾ ਸਵਾਲ ਹੈ ਤੁਹਾਡੇ ਲਈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰੀ ਛੱਡ ਦਿੱਤੀ, ਲੱਖਾਂ ਦੀ ਗਿਣਤੀ ਵਿੱਚ ਮਗਰ ਫੌਜ ਹੈ, ਅੰਮ੍ਰਿਤ ਵੇਲਾ ਹੋਇਆ, ਇੱਕ ਜਗ੍ਹਾ ਸਤਿਗੁਰੂ ਰੁਕੇ ਨੇ, ਕਹਿਣ ਲੱਗੇ ਵੀ ਕੀਰਤਨ ਕਰੋ। ਉਹ ਕਿਹੜੀ ਜਗ੍ਹਾ ਸੀ ਤੇ ਕਿਹੜੀ ਬਾਣੀ ਦਾ ਕੀਰਤਨ ਸੀ? ਗੁਰੂ ਸਾਹਿਬ ਨੇ ਸਰਸਾ ਕੰਢੇ ਜਦੋਂ ਪਰਿਵਾਰ ਤੋਂ ਦੇ ਨਾਲ ਉਹ ਔਖੀ ਘੜੀ ਆਈ, ਉਸ ਵੇਲੇ ਵੀ ਸਾਨੂੰ ਇਹੀ ਸਿਖਾਇਆ ਸਿੱਖਾਂ ਨੂੰ ਵੀ ਗੁਰਬਾਣੀ ਗੁਰੂ ਦੇ ਹਮੇਸ਼ਾ ਨਾਲ ਚਰਨੀ ਲੱਗਣਾ ਤੇ ਗੁਰੂ ਦੀ ਓਟ ਲੈਣੀ। ਉਹਨਾਂ ਨੇ ਆਸਾ ਦੀ ਵਾਰ ਦਾ ਉਸ ਵੇਲੇ ਕੀਰਤਨ ਕੀਤਾ। ਹਾਂ, ਇਹ ਵੀ ਸੰਦੇਸ਼ ਸਾਨੂੰ ਮਿਲਦਾ ਹੈ। ਸਰਸਾ ਨਦੀ ਦਾ ਕਿਨਾਰਾ ਸੀ, ਆਸਾ ਜੀ ਦੀ ਵਾਰ ਦਾ ਕੀਰਤਨ ਸੀ। ਸੰਦੇਸ਼ ਦੇ ਵਿੱਚੋਂ ਇਹ ਮਿਲਦਾ ਹੈ ਵੀ ਦੁੱਖ ਤੇ ਸੁੱਖ, ਔਖੀਆਂ ਚੰਗੀਆਂ ਘੜੀਆਂ ਆਉਂਦੀਆਂ ਰਹਿੰਦੀਆਂ ਨੇ, ਸਿੱਖ ਨੇ ਨਿਤਨੇਮ ਨਹੀਂ ਛੱਡਣਾ। ਇਹ ਸਾਨੂੰ ਸੰਦੇਸ਼ ਵੀ ਮਿਲਦਾ ਹੈ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਭਾਈ ਪਰਮਿੰਦਰ ਸਿੰਘ ਜੀ, ਇਹ ਡਾਢੀ ਤਸੱਲੀ ਵਾਲੀ ਗੱਲ ਹੈ ਕਿ ਤੁਸੀਂ ਅਮਾਨਤ 'ਚ ਖਿਆਨਤ ਨਹੀਂ ਕੀਤੀ। ਇਹ ਇੱਕ ਧਾਰਮਿਕ ਫਿਲਮ ਸੀ ਜਿਸ ਦੀ ਰੀਤ ਸੀ, ਤੁਸੀਂ ਇਹਨੂੰ ਬਾਖੂਬੀ ਨਾਲ ਗਾਉਣ ਦਾ ਇੱਕ ਯਤਨ ਕੀਤਾ ਹੈ। ਪਰਫਾਰਮੈਂਸ ਤੁਹਾਡੀ ਬਹੁਤ ਬਿਹਤਰ ਸੀ। ਮੈਂ ਦੁਆ ਕਰਦਾ ਹਾਂ ਕਿ ਤੁਸੀਂ ਅੱਗੇ ਵਧੋ, ਗੁਰੂ ਕਿਰਪਾ ਕਰੇ। ਸਿੰਘ ਸਾਹਿਬ ਜੀ। ਭਾਈ ਪਰਮਿੰਦਰ ਸਿੰਘ ਜੀ, ਬਹੁਤ ਹੀ ਆਪ ਜੀ ਨੇ ਸੁੰਦਰ ਗਾਇਨ ਕੀਤਾ ਹੈ ਔਰ ਕਾਫੀ ਸ਼ਬਦ ਦੇ ਵਿੱਚ ਸੁਧਾਈ ਦਾ ਤੁਸੀਂ ਖਿਆਲ ਰੱਖਿਆ ਹੈ। ਥੋੜਾ ਜਿਹਾ ਹੋਰ ਕੋਸ਼ਿਸ਼ ਕਰੋ। ਨਾਰਾਇਣ ਔਰ ਜੋ ਸ਼ਬਦ ਮਹਾਜੋਤ ਹੈ, ਇਸ ਨੂੰ ਵੱਖਰਾ ਵੱਖਰਾ ਨਹੀਂ ਕਰਨਾ। ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ, ਇਹ ਪਰਮੇਸ਼ਰ ਦੇ ਵਾਚਕ ਨੇ। ਇਹਨਾਂ ਸ਼ਬਦਾਂ ਨੂੰ ਇਕੱਠੇ ਰੱਖੋ। ਸਤਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਜੂ ਤੋ ਕੇ ਇਲਾਜ ਹਮਾਰੀ। 10ਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰੇ ਹੋਏ ਇਸ ਸ਼ਬਦ ਦਾ ਅਸੀਂ ਸਾਰਿਆਂ ਨੇ ਮਿਲ ਕੇ ਆਨੰਦ ਮਾਣਿਆ। ਹੁਣ ਇੱਥੇ ਆ ਰਹੇ ਨੇ ਗੰਗਾ ਨਗਰ ਤੋਂ ਸਾਡੇ ਸਿੰਘ ਵੀਰ ਸਿਮਰਜੀਤ ਸਿੰਘ ਜੀ। ਆਓ ਉਹਨਾਂ ਦਾ ਮਿਲ ਕੇ ਸਵਾਗਤ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਤੇ ਕੁਝ ਖਾਸ ਤਿਆਰੀ ਕੀਤੀ ਤੁਸੀਂ? ਹਾਂਜੀ, ਮੈਂ ਸ਼ਬਦ ਤਿਆਰ ਕੀਤਾ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਕਿਹਨਾਂ ਦਾ ਉਚਾਰਨ ਸ਼ਬਦ ਹੈ? ਇਹ ਭੀਖਨ ਜੀ ਦਾ, ਗੌੜੀ ਭੀਖਨ ਜੀ। ਭੀਖਨ ਜੀ ਦਾ? ਹਾਂਜੀ। ਬਹੁਤ ਖੂਬ। ਆਲ ਦ ਬੈਸਟ ਟੂ ਯੂ। ਐਸਾ ਨਾਮ ਰਤਨ ਨਿਰਮੋਲਕ, ਐਸਾ ਨਾਮ ਰਤਨ ਨਿਰਮੋਲਕ, ਐਸਾ ਨਾਮ ਰਤਨ ਨਿਰਮੋਲਕ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਪੁੰਨ ਪਦਾਰਥ ਪਾਇਆ, ਐਸਾ ਨਾਮ ਰਤਨ ਨਿਰਮੋਲਕ, ਐਸਾ ਨਾਮ ਰਤਨ ਨਿਰਮੋਲਕ।
ਨਿਰਮੋਲਕ ਅਨਿਕ ਜਤਨ ਕਰ ਗਿਰਦੈ ਰੱਖਿਆ ਅਨਿਕ ਜਤਨ ਕਰ ਗਿਰਦੈ ਰੱਖਿਆ ਰਤਨ ਨਾ ਛਪੈ ਛਪਾਇਆ ਰਤਨ ਨਾ ਛਪੈ ਛਪਾਇਆ ਐਸਾ ਨਾਮ ਰਤਨ ਨਿਰਮੋਲਕ ਐਸਾ ਨਾਮ ਰਤਨ ਨਿਰਮੋਲਕ ਹਰ ਗੁਣ ਕਹਿਤੇ ਗਗਨ ਨ ਜਾਈ ਹਰ ਗੁਣ ਕਹਿਤੇ ਹਰ ਗੁਣ ਕਹਿਤੇ ਗਗਨ ਨ ਜਾਈ ਜੈਸ ਗੂੰਗੇ ਕੀ ਮਠਿਆਈ ਗੂੰਗੇ ਕੀ ਮਠਿਆਈ ਐਸਾ ਨਾਮ ਰਤਨ ਨਿਰਮੋਲਕ ਐਸਾ ਨਾਮ ਰਤਨ ਨਿਰਮੋਲਕ। ਸਿਮਰਜੀਤ ਸਿੰਘ ਜੀ, ਇੱਕ ਤੇ ਹੁੰਦਾ ਅੱਛਾ, ਇੱਕ ਹੁੰਦਾ ਬਹੁਤ ਅੱਛਾ। ਵਾਹਿਗੁਰੂ। ਤੁਸੀਂ ਬਹੁਤ ਅੱਛਾ ਗਾਇਆ। ਸਵਾਲ ਤੁਹਾਡੇ ਵਾਸਤੇ ਇਹ ਹੈ, ਕਲਗੀਧਰ ਪਾਤਸ਼ਾਹ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਵੀਰ ਰਸ ਭਰਨ ਲਈ ਕਿਹੜਾ ਸਾਜ਼ ਵਜਾਇਆ ਜਾਂਦਾ ਸੀ? 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਜਦੋਂ ਜੰਗ ਵੇਲੇ ਜਿਹੜਾ ਵੀਰ ਰਸ ਲਈ ਜਿਹੜਾ ਸਾਜ਼ ਉਪਯੋਗ ਕੀਤਾ ਜਾਂਦਾ ਸੀ ਉਹ ਰਣਜੀਤ ਨਗਾੜਾ ਸੀ ਜੀ। ਠੀਕ ਹੈ ਜੀ। ਭਾਈ ਸਾਹਿਬ ਜੀ, ਤੁਸੀਂ ਕੀ ਆਖੋਗੇ? ਇਹ ਯਤਨ ਤੁਹਾਡਾ ਬਹੁਤ ਸ਼ਲਾਘਾਯੋਗ ਹੈ, ਵਧਾਈ ਦੇ ਪਾਤਰ ਹੋ। ਤੁਹਾਡੇ ਵਿੱਚ ਬਹੁਤ ਉੱਚ ਕੋਟੀ ਕੀਰਤਨੀਆਂ ਦੇ ਗੁਣ ਹੈ ਔਰ ਤੁਸੀਂ ਬਹੁਤ ਪੂਰੀਆਂ ਅੱਗੇ ਤਾਈਂ ਛਲਾਂਗਾ ਲਾਓਗੇ। ਸਿੰਘ ਸਾਹਿਬ ਜੀ। ਭਾਈ ਸਿਮਰਜੀਤ ਸਿੰਘ ਜੀ, ਕਿ ਕਿਸੇ ਪੱਖ ਤੋਂ ਵੀ ਆਪ ਜੀ ਦੀ ਗਾਇਨ ਕਰਨ ਦੇ ਵਿੱਚ ਕਮੀ ਨਹੀਂ ਸੀ ਔਰ ਬਹੁਤ ਹੀ ਸੁੰਦਰ ਗਾਇਨ ਕੀਤਾ। ਗੁਰਬਾਣੀ ਵਿੱਚ ਸੁਧਾਈ ਦਾ ਵੀ ਖਾਸ ਖਿਆਲ ਰੱਖਿਆ। ਥੋੜਾ ਜਿਹਾ ਜੋ ਮਠਿਆਈ ਸ਼ਬਦ ਹੈ ਇਸ ਨੂੰ ਮਿਠਿਆਈ ਮੰਮੇ ਦੇ ਸਿਹਾਰੀ ਲਾ ਕੇ ਉਚਾਰਨ ਕਰਨਾ ਹੈ ਔਰ ਬਹੁਤ ਬਹੁਤ ਆਪ ਜੀ ਨੂੰ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਪ੍ਰੋਗਰਾਮ ਹੈ ਸਿਲਸਿਲਾ ਜਿਸ ਵਿੱਚ ਗੁਰਬਾਣੀ ਕੀਰਤਨ ਦਾ ਰਸ ਜੁੜਿਆ ਹੈ। ਇਸ ਨੂੰ ਵਿੱਚੇ ਤੋੜਨ ਦਾ ਸਾਡਾ ਜੀ ਬਿਲਕੁਲ ਨਹੀਂ ਕਰਦਾ, ਪਰ ਕੀ ਕਰੀਏ, ਮਜਬੂਰ ਹਾਂ। ਲੈਣਾ ਪਵੇਗਾ ਇੱਕ ਨਿੱਕਾ ਜਿਹਾ ਬ੍ਰੇਕ। ਤੁਸੀਂ ਕਿਤੇ ਨਾ ਜਾਣਾ, ਵੇਖਦੇ ਰਹੋ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ। ब्रेक तो बाद मैं निमी सिंह एक बार फिर हाजिर हाँ आप सब जी दे सामने लैके आई हाँ तुहाडे सारिਆਂ ਦਾ पसंदीदा प्रोग्राम पलो पलो रे कीर्तनिया। इस प्रोग्राम के सैमीफाइनल एपीसोड का तुसीं आनंद माणदे पए हो। अज ਸਿੰਘਾਂ ਦੇ ਵਿਚਕਾਰ ਹੁੰਦੇ मुकाबले का दूसरा एपीसोड है। जी हाँ, इस मुकाबले ਦੇ ਵਿੱਚ साढ़े 6 ਸਿੰਘ ਵੀਰ ਇੱਥੇ ਆ ਕੇ परफॉर्म करके जा चुके ने। ਹੁਣ ਰਹਿੰਦੇ ਨੇ ਬਾਕੀ ਦੇ ਯਾਨੀ ਕਿ ਆਖਰੀ 2 ਕੰਟੈਸਟੈਂਟ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਆਣਗੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ। वाहिगुरु जी का खालसा, वाहिगुरु जी की फतेह। एक बार फिर तो बहुत बहुत स्वागत है। ਧੰਨਵਾਦ ਜੀ। ਅੱਜ ਕੀ ਸੁਣਾਓਗੇ ਤੁਸੀਂ? ਕਿਹੜੇ ਸ਼ਬਦ ਗਾਇਨ ਕਰੋਗੇ? ਅੱਜ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਭੈਰੋ ਰਾਗ ਦੇ ਵਿੱਚ ਉਚਾਰਿਆ ਹੋਇਆ, ਜਿਸ ਨੂੰ ਮੈਂ ਰੀਤ ਵਿੱਚ ਗਾਵਾਂਗਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। तो ऑल द बेस्ट टू यू जी। ਧੰਨਵਾਦ। एक बार फिर तो ਤੁਸੀਂ ਚੰਗੀ ਤਰ੍ਹਾਂ ਪਰਫਾਰਮ ਕਰੋ। ऑल द बेस्ट टू यू। जिन
ਮਸਤਕ ਤੁਰ ਹਰ ਲਿਖਿਆ, ਤੇਨਾ ਸਤਿਗੁਰ ਮਿਲਿਆ RAM ਰਾਜੇ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਕਟ ਬਲਿਆ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ, ਜਿਸ ਮਸਤਕ ਭਾਗ, ਸੋ ਲਾਗਾ ਸੇਵ। ਜਿਸ ਮਸਤਕ ਭਾਗ, ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਭ ਕਾ ਦਾਤਾ, ਸਤਿਗੁਰ ਮੇਰਾ ਸਭ ਕਾ ਦਾਤਾ। ਸਤਿਗੁਰ ਮੇਰਾ ਪੁਰਖ ਵਿਧਾਤਾ, ਪੁਰਖ ਵਿਧਾਤਾ। ਗੁਰਪ੍ਰੀਤ ਸਿੰਘ ਜੀ, ਬਹੁਤ ਸਤਿਗੁਰਾਂ ਦੀ ਤੁਹਾਡੇ ਤੇ ਬਖਸ਼ਿਸ਼ ਹੈ। ਮੰਗਲਾਚਰਨ ਤੇ ਤੁਸੀਂ ਬਹੁਤ ਪਿਆਰਾ ਕੀਤਾ ਸੀ, ਇੱਕ ਸੁਰ ਉਹਦੇ ਵਿੱਚ ਬਹੁਤ ਹੀ ਇੱਕ ਸੁਰ ਤੁਸੀਂ ਮਿੱਠੀ ਲਾਈ। ਧੰਨਵਾਦ। ਜਿਹੜਾ ਸਵਾਲ ਹੈ ਤੁਹਾਡੇ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਖੇ ਕਿੰਨੀਆਂ ਚੌਂਕੀਆਂ ਲੱਗਦੀਆਂ ਨੇ ਤੇ ਚੌਂਕੀਆਂ ਤੋਂ ਕੀ ਭਾਵ ਹੈ? ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਤਨ ਸਮੇਂ ਤੋਂ ਜੋ ਚੌਂਕੀਆਂ ਦੀ ਮਰਿਆਦਾ ਚੱਲਦੀ ਆ ਰਹੀ ਹੈ, ਉਸ ਅਨੁਸਾਰ ਹੁਣ ਤੱਕ ਸਵੇਰ ਤੋਂ ਲੈ ਕੇ ਰਾਤ ਦੇ ਦੀਵਾਨ ਤੱਕ 15 ਚੌਂਕੀਆਂ ਦੇ ਵਿੱਚ ਕੀਰਤਨ ਹੁੰਦਾ ਹੈ। ਤੇ ਤੁਸੀਂ ਪੁੱਛਿਆ ਚੌਂਕੀ ਤੋਂ ਕੀ ਭਾਵ ਹੈ। ਚੌਂਕੀ ਤੋਂ ਕੀਰਤਨ ਨੂੰ 4 ਚਰਨਾਂ ਦੇ ਵਿੱਚ ਕਰਨ ਨੂੰ ਚੌਂਕੀ ਕਹਿੰਦੇ ਨੇ, ਜਿਸ ਦੇ ਵਿੱਚ ਪਹਿਲਾ ਚਰਨ ਸ਼ਾਨ ਜਾਂ ਲਹਿਰਾ ਵਜਾ ਕੇ ਜਿਸ ਰਾਗ ਵਿੱਚ ਗਾਉਣਾ ਹੋਵੇ, ਉਸ ਰਾਗ ਦਾ ਸ਼ਾਨ ਜਾਂ ਲਹਿਰਾ ਵਜਾ ਕੇ ਸਾਜ਼ਾਂ ਉੱਪਰ ਇੱਕ ਮਾਹੌਲ ਸਮਾਂ ਬੰਨ੍ਹਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਰਾਗ ਦੇ ਵਿੱਚ ਏਕ ਤਾਲ ਵਿੱਚ ਡੰਡੌਤ ਕੀਤੀ ਜਾਂਦੀ ਹੈ। ਦੂਸਰੇ ਚਰਨ ਵਿੱਚ ਪੁਰਾਤਨ ਬੰਦਿਸ਼ ਦਾ ਕੋਈ ਵੱਡੇ ਧਰੁਪਦ ਧਮਾਰ ਤਾਲ ਦਾ ਇੱਕ ਸ਼ਬਦ ਪੜ੍ਹਿਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਸਧਾਰਨ ਰੀਤ ਪੜ੍ਹ ਕੇ ਪੌੜੀ ਲਗਾ ਕੇ ਸਮਾਪਤੀ ਕੀਤੀ ਜਾਂਦੀ ਹੈ।
ਇਸ ਚਰਨ ਨੂੰ ਅਸੀਂ ਚੌਂਕੀ ਕਹਿੰਦੇ ਹਾਂ ਜੀ। ਬਹੁਤ ਅੱਛੇ। ਅੱਛਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਪਹਿਲਾਂ ਰਵਾਬੀ ਕੀਰਤਨ ਕਰਦੇ ਸਨ, ਫਿਰ ਬਖਸ਼ਿਸ਼ ਹੋਈ, ਰਾਗੀਆਂ ਨੇ ਕੀਰਤਨ ਕੀਤਾ। ਉਹਨਾਂ ਵਿੱਚ ਕਿੰਨੀਆਂ ਚੌਂਕੀਆਂ ਰਵਾਬੀਆਂ ਦੀਆਂ ਤੇ ਕਿੰਨੀਆਂ ਰਾਗੀਆਂ ਦੀਆਂ ਸਨ? 7 ਚੌਂਕੀਆਂ ਰਬਾਬੀਆਂ ਦੀਆਂ, 8 ਚੌਂਕੀਆਂ ਅੱਠ ਰਾਗੀਆਂ ਦੀਆਂ। ਰਾਗੀਆਂ। ਠੀਕ ਇਸੇ ਤਰ੍ਹਾਂ ਹੈ। ਭਾਈ ਨਿਰਮਲ ਸਿੰਘ ਜੀ, ਤੁਸੀਂ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਜੋ ਤੁਸੀਂ ਦੱਸਿਆ ਇਹਨਾਂ ਤੋਂ ਪੁੱਛਦੇ ਹਾਂ ਵੀ ਠੀਕ ਇਸੇ ਤਰ੍ਹਾਂ ਹੈ, ਤੇ ਨਾਲੇ ਸੁਰ ਤਾਲ ਬਾਰੇ ਵੀ ਆਪ ਜੀ ਆਪ ਦੱਸਣਗੇ। ਭਾਈ ਗੁਰਪ੍ਰੀਤ ਸਿੰਘ ਜੀ, ਇਸ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਕਾਫੀ ਸੁਰੀਲੇ ਕੀਰਤਨੀਏ ਹੋ ਔਰ ਤੁਹਾਨੂੰ ਬਹੁਤ ਵੀ ਇਸ ਗੱਲ ਦਾ, ਪਰ ਜਿਵੇਂ ਆਰੋਹੀ ਹੁੰਦੀ ਤੇ ਅਵਰੋਹੀ, ਅਜੇ ਅਸੀਂ ਆਰੋਹੀ ਹਾਂ, ਉਧਰ ਨੂੰ ਜਾ ਰਹੇ ਹਾਂ, ਅਜੇ ਅਸੀਂ ਚੜ੍ਹਾਈ ਕਰ ਰਹੇ ਹਾਂ, ਮੰਜ਼ਿਲ ਸਰ ਕਰਨੀ ਬਾਕੀ ਹੈ। ਤਾਂ ਅੱਜ ਤੁਹਾਨੂੰ ਲੱਗਾ ਨਹੀਂ ਥੋੜ੍ਹਾ ਜਿਹਾ ਅਸੀਂ ਉਤਰਾਈ ਵੱਲੋਂ ਆਏ ਜੀ ਪਹਿਲਾਂ ਨਾਲੋਂ? ਜੀ ਅਸੀਂ ਤੇ ਇਹੋ ਜਿਹੇ ਕੀਰਤਨੀ ਤਲਾਸ਼ ਵਿੱਚ ਹਾਂ ਕਿ ਐਡੇ ਵੱਡੇ ਉਹ ਕੀਰਤਨੀ ਇੰਨੇ ਚੰਗੇ ਹੋਣ ਜਿਨ੍ਹਾਂ ਦੀ ਆਵਾਜ਼ ਦਰਬਾਰ ਸਾਹਿਬ ਵਿੱਚੋਂ ਵੀ ਸੰਗਤਾਂ ਸੁਣਨ। ਸਹੀ ਗੱਲ। ਸੋ ਅਸੀਂ ਆਸ ਰੱਖਦੇ ਹਾਂ ਤੁਸੀਂ ਤਕੜੇ ਹੋਵੋ ਜਰਾ। ਸਿੰਘ ਸਾਹਿਬ ਜੀ। ਭਾਈ ਗੁਰਪ੍ਰੀਤ ਸਿੰਘ ਜੀ, ਆਪ ਜੀ ਵਧਾਈ ਦੇ ਪਾਤਰ ਹੋ। ਆਪ ਜੀ ਨੇ ਬਹੁਤ ਹੀ ਸ਼ੁੱਧ ਉਚਾਰਨ ਕਰਕੇ ਗਾਇਨ ਕੀਤਾ ਹੈ। ਬਹੁਤ ਮੁਬਾਰਕ ਆਪ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬੇहद ਆਨੰਦ ਮਾਣਿਆ ਸੀ ਇਸ ਸ਼ਬਦ ਦਾ, ਤੇ ਹੁਣ ਤਿਆਰ ਹੋ ਜਾਓ ਕਿਉਂਕਿ ਅੱਜ ਦੇ ਇਸ ਐਪੀਸੋਡ ਦੀ ਆਖਰੀ ਪਰਫਾਰਮੈਂਸ ਹੈ ਤੇ ਆਖਰੀ ਪੇਸ਼ਕਾਰੀ ਦੇਣ ਲਈ ਇੱਥੇ ਆ ਰਹੇ ਨੇ ਸਾਡੇ ਅੱਜ ਦੇ ਆਖਰੀ ਕੰਟੈਸਟੈਂਟ ਮਨਿੰਦਰ ਸਿੰਘ ਜੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਸ਼ਬਦ ਦੀ ਤਿਆਰੀ ਹੈ? ਮੈਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਬਾਣੀ ਦੀ ਰੀਤ ਪੜ੍ਹਾਂ। ਰੀਤ ਕਿਹੜੀ? ਹਾਂਜੀ, ਰੀਤ ਮਾਧੋ ਹਮ ਐਸੇ ਤੂੰ ਐਸਾ। ਮਾਧੋ ਹਮ ਐਸੇ ਤੂੰ ਐਸਾ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਵਾਹਿਗੁਰੂ। हम ऐसे तू ऐसा माधो, हम ऐसे तू ऐसा माधो, हम ऐसे तू ऐसा, हम पापी तुम पाप खंडन, नीको ठाकुर देसा, हम पापी तुम पाप खंडन, नीको ठाकुर देसा माधो, हम ऐसे तू ऐसा माधो, हम ऐसे तू ऐसा। हम मैले
ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੂਰਖ ਤੁਮ ਹਮ ਮੂਰਖ ਮੂਰਖ ਹਮ ਮੂਰਖ 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 ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਪਾਪੀ ਤੁਮ ਪਾਪ ਖੰਡਨ नीको ठाकुर देसा हम पापी तुम पाप खंडन नीको ठाकुर देसा माधो हम ऐसे तू ऐसा माधो हम ऐसे तू ऐसा। ਮਨਿੰਦਰ ਸਿੰਘ ਜੀ, ਸਤਿਗੁਰਾਂ ਦੀ ਤੁਹਾਡੇ ਤੇ ਕਿਰਪਾ ਹੈ, ਸ਼ਰਧਾ ਨਾਲ ਤੁਸੀਂ ਸ਼ਬਦ ਗਾਵਿਆ। ਜਿਹੜਾ ਸਵਾਲ ਹੈ ਤੁਹਾਡੇ ਲਈ, ਕੋਈ ਇੱਕ ਸ਼ਬਦ ਉਹ ਦੱਸੋ ਵੀ ਜਿਹੜਾ ਗੁਰੂ ਘਰ ਵਿੱਚ ਸੰਗਤਾਂ ਰੋਜ਼ ਪੜ੍ਹਦੀਆਂ ਨੇ, ਸਿੱਖ ਵੀ ਰੋਜ਼ ਜਿਹਨੂੰ ਪੜ੍ਹਦਾ ਹੋਵੇ, ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚ, ਹੋਰ ਜਾਂ ਇੱਕ ਸ਼ਬਦ ਕੋਈ ਇਹੋ ਜਿਹਾ ਦੱਸੋ। ਜੀ ਰੋਜ਼ਾਨਾ ਸੰਗਤਾਂ ਸ਼ਾਮ ਵੇਲੇ ਰਹਿਰਾਸ ਸਾਹਿਬ ਦੇ ਪਾਠ ਵਿੱਚ ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ, ਇਹ ਸਾਰੀਆਂ ਸੰਗਤਾਂ ਪੜ੍ਹਦੀਆਂ ਹਨ। ਠੀਕ ਹੈ, ਅੱਛਾ ਤੁਹਾਡਾ ਜਵਾਬ ਹੈ। ਭਾਈ ਨਿਰਮਲ ਸਿੰਘ ਜੀ, ਕੀ ਖਿਆਲ ਤੁਹਾਡਾ? ਪਹਿਲਾਂ ਨਾਲੋਂ ਅੱਜ ਉਹੀ ਗੱਲ ਫਿਰ ਆ ਗਈ, ਜਿਵੇਂ ਤੁਸੀਂ ਥੋੜਾ ਜਿਹਾ ਡਰੇ ਹੋਏ ਸੀ, ਉਹ ਸੁਰ ਹਿੱਲ ਰਹੇ ਸਨ। ਰੀਤ ਤੇ ਵਾਕਈ ਕਾਬਲੇ ਤਾਰੀਫ ਹੈ, ਬੜੇ ਪ੍ਰਾਤਨ ਢੰਗ ਨਾਲ ਇਸ ਰੀਤ ਨੂੰ ਤੁਸੀਂ ਗਾਇਨ ਕੀਤਾ ਹੈ। ਇਸ ਤਾਲ ਦੇ ਵਿੱਚ ਹੁਣ ਬਹੁਤ ਘੱਟ ਲੋਕ ਨੇ ਰਾਗੀ ਸਿੰਘ ਜਿਹੜੇ ਰੀਤਾਂ ਗਾਇਨ ਕਰਦੇ ਨੇ, ਤੁਸੀਂ ਇਹਨੂੰ ਬਖੂਬੀ ਨਾਲ ਨਿਭਾਉਣ ਦਾ ਵੀ ਯਤਨ ਕੀਤਾ ਹੈ। ਅਤੇ ਜਦੋਂ ਤੁਸੀਂ ਸ਼ੁਰੂ ਕੀਤਾ ਹੈ, ਤਬਲੇ ਵਾਲੇ ਨੇ ਠੀਕ ਸਾਥ ਦਿੱਤਾ, ਲੇਕਿਨ ਤੁਸੀਂ ਉਸ ਲੈਅ ਨੂੰ ਸਮਝ ਨਹੀਂ ਸਕੇ ਕਿ ਕਿੰਨੀ ਰੱਖਣੀ ਹੈ। ਔਰ ਅੱਜ ਜਿਵੇਂ ਬਿਨਾਂ ਰੂਹ ਦੇ ਤੁਸੀਂ ਗਾ ਰਹੇ ਹੋ, ਇੰਝ ਲੱਗ ਰਿਹਾ ਸੀ। ਅੱਗੇ ਵਧਣ ਲਈ ਥੋੜਾ ਕੌਨਫੀਡੈਂਸ ਲਿਆਓ। ਸਿੰਘ ਸਾਹਿਬ ਜੀ। ਭਾਈ ਮਨਿੰਦਰ ਸਿੰਘ ਜੀ, ਜਦੋਂ ਗਾਇਨ ਕਰਨਾ ਹੈ, ਇਕਾਗਰ ਚਿੱਤ ਹੋ ਕੇ ਟਿਕਾਓ ਵਿੱਚ ਆ ਕੇ ਆਪਣੀਆਂ ਇੰਦਰੀਆਂ ਨੂੰ ਰੋਕ ਕੇ ਗਾਇਨ ਕਰੋਗੇ ਤੇ ਸਤਿਗੁਰਾਂ ਦੀ ਤੁਹਾਡੇ ਤੇ ਰਹਿਮਤ ਹੋਵੇਗੀ। ਮਨਿੰਦਰ ਸਿੰਘ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕੋ, ਮਨਿੰਦਰ ਸਿੰਘ ਜੀ ਦੀ ਇਸ ਪੇਸ਼ਕਾਰੀ ਦੇ ਨਾਲ ਮੁਕੰਮਲ ਹੁੰਦਾ ਹੈ ਅੱਜ ਦਾ ਐਪੀਸੋਡ। ਅੱਜ ਦੇ ਇਸ ਐਪੀਸੋਡ ਵਿੱਚ ਮੁਕਾਬਲਾ ਹੋਇਆ ਸਾਡੇ 8 ਸਿੰਘ ਵੀਰਾਂ ਦੇ ਵਿੱਚ। ਇਸ ਤੋਂ ਪਹਿਲਾਂ ਮੁਕਾਬਲਾ ਹੋਇਆ ਸੀ ਸਾਡੀ ਭੈਣਾਂ ਵਿਚਕਾਰ। ਦੋਵੇਂ ਮੁਕਾਬਲੇ ਨਾਲੋਂ ਨਾਲ ਚੱਲਦੇ ਪਏ ਨੇ, ਲੇਕਿਨ ਮੁਕਾਬਲਾ ਜਦ ਹੁੰਦਾ ਹੈ ਤੇ ਮੁਕਾਬਲੇ ਦਾ ਰਿਜ਼ਲਟ ਵੀ ਜ਼ਰੂਰ ਤਿਆਰ ਹੁੰਦਾ ਹੈ। ਰਿਜ਼ਲਟ ਐਪੀਸੋਡ ਵਿੱਚ ਸਾਨੂੰ ਇਹ ਪਤਾ ਚੱਲੇਗਾ ਕਿ ਇਹਨਾਂ ਵਿੱਚੋਂ ਕਿਹੜੇ 7 ਹੋਣਗੇ ਜਿਹੜੇ ਫਾਈਨਲਸ ਦੀ ਤਰਫ ਜਾਣ ਦੀ ਮਹਾਰਤ ਹਾਸਲ ਕਰਨਗੇ। ਇਸ ਤੋਂ ਪਹਿਲਾਂ ਕਿ ਅੱਜ ਦੇ ਇਸ ਐਪੀਸੋਡ ਨੂੰ ਅੰਜਾਮ ਦਈਏ, ਮੈਂ ਗੁਜ਼ਾਰਿਸ਼ ਕਰਨਾ ਚਾਹਾਂਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਕਿ ਅੱਜ ਦੇ ਇਸ ਐਪੀਸੋਡ ਨੂੰ ਅੰਜਾਮ ਇਸ ਤਰ੍ਹਾਂ ਨਾਲ ਦਈਏ ਕਿ ਯਾਦਗਾਰ ਬਣ ਜਾਏ। ਗੁਜ਼ਾਰਿਸ਼ ਹੈ ਕੋਈ ਸ਼ਬਦ ਗਾਇਨ ਤੁਸੀਂ ਕਰੋ। ਤੇ ਇਹਦੇ ਨਾਲ ਹੀ ਮੈਂ ਨਿਮੇ ਸਿੰਘ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।